ਆਸ਼ਰਮ ਨੂੰ ਨਹੀਂ ਸੀ ਜਾਣਦੀ ਤੇ ਮੇਰੀ ਮੈਰਿਜ ਜਦੋਂ ਹੋਈ ਆ ਉਹ ਬ੍ਰਹਮ ਕੁਮਾਰੀ ਆਸ਼ਰਮ ਨੂੰ ਬਹੁਤ ਮੰਨਦੇ ਸੀ ਤੇ ਸਾਡੇ ਘਰ ਸ਼ਿਵਾਨੀ ਭੈਣ ਜੀ ਦਾ ਪ੍ਰੋਗਰਾਮ ਹਮੇਸ਼ਾ ਹੀ ਲੱਗਾ ਰਹਿੰਦਾ ਹੁੰਦਾ ਸੀ। ਉਹਨਾਂ ਦੀਆਂ ਗੱਲਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਹੁੰਦੀਆਂ ਸੀ, ਕਿੱਦਾਂ ਬੋਲਦੇ ਆ, ਕੀ ਕਰਦੇ ਆ, ਮਤਲਬ ਕਿ ਜੇ ਤੁਹਾਨੂੰ ਗਲਤ ਵੀ ਕਹਿੰਦਾ ਆ ਉਹਨੂੰ ਵੀ ਚੰਗੀਆਂ ਹੀ ਸੀਸਾਂ ਦਿਓ ਕਿ ਉਹ ਸਾਡੇ ਲਈ ਚੰਗਾ ਸੋਚਣ ਲੱਗ ਪਏ, ਹੈ ਨਾ। ਤੇ ਫਿਰ ਮੈਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਵੀ ਮਨ ਕੀਤਾ ਕਿ ਮੈਂ ਆਸ਼ਰਮ ਜਾਣਾ ਸ਼ੁਰੂ ਕਰਾਂ। ਫਿਰ ਮੈਂ ਆਸ਼ਰਮ ਜਾਣਾ ਸ਼ੁਰੂ ਕੀਤਾ। ਫਿਰ ਥੋੜ੍ਹੇ ਟਾਈਮ ਬਾਅਦ ਮੇਰੇ ਘਰ ਬੇਟੀ ਹੋਈ ਤੇ ਫਿਰ ਤੁਹਾਨੂੰ ਪਤਾ ਘਰ 'ਚ ਕਈ ਹਾਲਾਤ ਉੱਦਾਂ ਦੇ ਫਿਰ ਨਹੀਂ ਜਾਇਆ ਜਾਂਦਾ। 3 ਸਾਲ ਮੈਂ ਨਹੀਂ ਗਈ ਫਿਰ ਮੇਰਾ ਨਾ ਮਨ ਵੀ ਉੱਧਰ ਹੀ ਕਿ ਮੈਂ ਆਸ਼ਰਮ ਵੱਲ ਜਾਵਾਂ। ਫਿਰ ਮੈਂ ਆਸ਼ਰਮ ਪਹਿਲਾਂ ਵੀ ਮੈਂ 7 ਦਿਨ ਦਾ ਕੋਰਸ ਕੀਤਾ ਸੀ ਤੇ ਫਿਰ ਮੈਂ ਦੁਬਾਰਾ 7 ਦਿਨ ਦਾ ਕੋਰਸ ਕੀਤਾ, ਕਲਪਨਾ ਭੈਣ ਜੀ ਕੋਲੋਂ ਕੋਰਸ ਕੀਤਾ 7 ਦਿਨ ਦਾ। ਤੇ ਉਸ ਤੋਂ ਬਾਅਦ ਮੇਰੇ ਘਰ ਬੇਟਾ ਹੋਇਆ। ਜਦੋਂ ਮੇਰੇ ਘਰ ਬੇਟਾ ਹੋਇਆ ਤਾਂ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ, ਮੇਰਾ ਆਪਰੇਟ ਗਲਤ ਹੋ ਗਿਆ ਸੀ ਤੇ ਡਾਕਟਰਾਂ ਨੇ ਮੈਨੂੰ ਤਕਰੀਬਨ ਕਹਿ ਦਿੱਤਾ ਸੀ ਕਿ ਮੈਂ ਨਹੀਂ ਬਚਣਾ। 2.5 ਮਹੀਨੇ ਮੈਂ ਆਈਸੀਯੂ 'ਚ ਰਹੀ ਹਾਂ ਤੇ ਡਾਕਟਰਾਂ ਦੀ ਜਵਾਬ ਵੀ ਸੀ ਤੇ ਪਰ ਮੈਨੂੰ ਬਾਬਾ ਜੀ ਮੇਰੇ ਅੰਗ ਸੰਗ ਰਹਿੰਦੇ ਸੀ ਕਿਉਂਕਿ ਮੈਂ ਹਮੇਸ਼ਾ ਹੀ ਬਾਬਾ ਜੀ ਨੂੰ ਬਹੁਤ ਮਹੱਤਵ ਦਿੱਤਾ, ਮੰਨਦੀ ਬਹੁਤ ਹੀ। ਮੈਨੂੰ ਇੱਦਾਂ ਲੱਗਦਾ ਸੀ ਜਦੋਂ ਮੈਂ ਜਾਂਦੀ ਕਿਤੇ ਮੇਰੇ ਬਾਬਾ ਮੇਰੇ ਨਾਲ ਨਾਲ ਹੀ ਰਹਿੰਦੇ ਹਨ। ਫਿਰ ਕੀ ਹੋਇਆ, ਇੱਕ ਟਾਈਮ ਇੱਦਾਂ ਦਾ ਹੈ ਕਿ ਮੇਰੇ 20% ਸਾਹ ਰਹਿ ਗਏ, ਸਾਰੇ ਘਬਰਾ ਗਏ। ਮੇਰੇ ਭੂਆ ਜੀ ਹੋਣੀ, ਮੇਰੇ ਮਾਸੀ ਜੀ ਹੋਣੀ, ਮੇਰੇ ਸਸੁਰਾਲ ਵਾਲੇ, ਬਸ ਮੇਰੇ ਹਸਬੈਂਡ ਨੇ ਹਿੰਮਤ ਨਹੀਂ ਹਾਰੀ। ਉਹ ਕਹਿੰਦੇ ਨੇ ਠੀਕ ਹੋ ਜਾਣਾ ਹੈ। ਤੇ ਜਿਸ ਕਮਰੇ 'ਚ ਮੈਨੂੰ ਉਹਨਾਂ ਨੇ ਦੁਬਾਰਾ ਸ਼ਿਫਟ ਕੀਤਾ ਆਈਸੀਯੂ ਰੂਮ 'ਚ, ਉੱਥੇ ਬਾਬਾ ਜੀ ਦੀ ਫੋਟੋ ਲੱਗੀ ਹੋਈ ਸੀ ਤੇ ਫਿਰ ਇਹਨਾਂ ਦੇ ਮਨ 'ਚ ਵੀ ਥੋੜ੍ਹੀ ਖੁਸ਼ੀ ਹੋਈ ਕਿ ਮੇਰੀ ਬੀਵੀ ਨੇ ਉਹ ਠੀਕ ਹੋ ਜਾਣਾ ਹੈ। ਫਿਰ ਕੀ ਹੋਇਆ, ਮੈਂ ਨਾ ਕਾਫੀ ਸਾਰੇ ਸਰੀਰ 'ਤੇ ਪਾਈਪਾਂ ਲੱਗੀਆਂ ਹੋਈਆਂ ਸੀ ਤੇ ਫਿਰ ਡਾਕਟਰ ਕਹਿੰਦੇ ਕਿ ਨਾ ਪੇਟ ਵਿੱਚ ਪਾਣੀ ਬਹੁਤ ਭਰ ਗਿਆ ਹੈ ਤੇ ਇਹਨੂੰ ਨਾ ਪਾਈਪ ਲਵਾਉਣੀ ਪੈਣੀ ਹੈ। ਮੈਂ ਘਬਰਾ ਗਈ, ਮੈਂ ਰੋਣ ਲੱਗ ਪਈ। ਮੈਂ ਕਿਹਾ ਮੈਂ ਨਹੀਂ ਪਾਈਪ ਨਹੀਂ ਲਵਾਉਣੀ ਹੈਗੀ, ਮੇਰੇ ਅੱਗੇ ਇੰਨੀਆਂ ਪਾਈਪਾਂ ਲੱਗੀਆਂ, ਹੋਰ ਮੈਂ ਪਾਈਪ ਕਿੱਥੇ ਲਵਾਵਾਂਗੀ, ਮੈਨੂੰ ਦਵਾਈਆਂ ਠੀਕ ਕਰ ਦਿਓ। ਫਿਰ ਮੇਰੀ ਨਨੰਦ, ਉਹ ਵੀ ਬ੍ਰਹਮ ਕੁਮਾਰੀ ਆਸ਼ਰਮ 'ਚ ਸਮਰਪਿਤ ਆ, ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਡਾਕਟਰ ਪੋਪਲੀ ਨੂੰ ਇੱਥੇ ਭੇਜਾਂਗੀ, ਉਹਨਾਂ ਨਾਲ ਗੱਲ ਕਰ ਲਈ, ਜੋ ਕਹਿਣਗੇ ਮੰਨ ਲਈ। ਮੈਂ ਕਿਹਾ ਠੀਕ ਆ। ਜਦੋਂ ਡਾਕਟਰ ਪੋਪਲੀ ਮੇਰੇ ਕੋਲ ਆ ਕੇ ਬੈਠੇ, ਮੈਨੂੰ ਇੱਦਾਂ ਨਹੀਂ ਮਹਿਸੂਸ ਹੋਇਆ ਕਿ ਡਾਕਟਰ ਪੋਪਲੀ ਆ, ਮੈਨੂੰ ਇੱਦਾਂ ਲੱਗਾ ਬਾਬਾ ਜੀ ਮੇਰੇ ਨਾਲ ਆ। ਬਾਬਾ ਜੀ ਮੇਰੇ ਕੋਲ ਆ ਕੇ ਬੈਠੇ, ਮੈਂ ਬਸ ਉਹਨਾਂ ਦਾ ਚਿਹਰਾ ਵੇਖੀ ਗਈ ਤੇ ਮੈਂ ਕਿਹਾ ਜੋ ਤੁਸੀਂ ਕਹੋਗੇ ਮੈਂ ਮੰਨ ਲਾਂਗੀ। ਉਹਨਾਂ ਨੇ ਵੀ ਇਹੀ ਗੱਲ ਕਹਿੰਦੇ ਪਾਈਪ ਲਵਾ ਲੈ। ਮੈਂ ਕਿਹਾ ਠੀਕ ਆ। ਅਗਲੇ ਦਿਨ ਨਾ ਮੇਰੇ ਭੂਆ ਜੀ ਹੁਣਾਂ ਦੀ ਕਾਰ ਸੀ, ਉਹ ਮੈਨੂੰ ਆਪਣੀ ਕਾਰ 'ਚ ਬਿਠਾ ਕੇ ਲੈ ਕੇ ਜਾ ਰਹੇ ਸੀ ਤੇ ਸਾਹਮਣੇ ਇੱਕ ਮੋਟਰਸਾਈਕਲ ਆ ਰਿਹਾ ਸੀ। ਮੈਂ ਉਹਦੇ ਵੱਲ ਵੇਖਿਆ, ਮੈਨੂੰ ਇੱਦਾਂ ਲੱਗਾ ਵਾਈਟ ਕੱਪੜਿਆਂ 'ਚ ਬਾਬਾ ਜੀ ਮੇਰੇ ਅੰਗ ਸੰਗ ਜਾ ਰਹੇ ਨੇ ਤੇ ਮੈਂ ਉਹਨਾਂ ਵੱਲ ਵੇਖੀ ਜਾਂਦੀ। ਮੈਂ ਆਪਣੇ ਭੂਆ ਜੀ ਨੂੰ ਹੁਣਾਂ ਨੂੰ ਕਿਹਾ ਬਾਬਾ ਜੀ ਨਾਲ ਜਾ ਰਹੇ ਆ ਤੇ ਮੈਨੂੰ ਸਾਰੇ ਕਹਿ ਰਹੇ ਕਿ ਡਾਕਟਰ ਨੇ ਤਾਂ ਜਵਾਬ ਦਿੱਤਾ ਹੋਇਆ ਵਾ ਇਹਦਾ ਆਖਰੀ ਟਾਈਮ ਹੋਣਾ ਵਾ ਤੇ ਸ਼ਾਇਦ ਤਾਂ ਪੀਣ ਬਾਬਾ ਜੀ ਨਜ਼ਰ ਆ ਰਹੇ ਆ। ਮੈਂ ਫਿਰ ਹੌਸਪੀਟਲ ਪਹੁੰਚ ਗਈ। ਜਦੋਂ ਮੈਂ ਹੌਸਪੀਟਲ ਪਹੁੰਚੀ, ਪਿੱਛੇ ਸ਼ੀਸ਼ਾ ਲੱਗਾ ਹੋਇਆ ਸੀ ਤੇ ਉਹ ਮੈਨੂੰ ਡਾਕਟਰ ਨੇ ਆਵਾਜ਼ ਮਾਰੀ ਕਿ ਪਾਈਪ ਲਵਾਉਣੀ ਤੇ ਰਾਧਿਕਾ ਆ ਜੇ। ਮੈਂ ਗਈ ਹਾਂ ਤਾਂ ਸਾਹਮਣੇ ਕੁਰਸੀ ਤੇ ਬਾਬਾ ਜੀ ਬੈਠੇ ਸੀ ਤੇ ਸਾਹਮਣੇ ਮੈਂ ਸੀ ਤੇ ਮੈਨੂੰ ਦੇਖ ਰਹੇ ਸੀ। ਜਦੋਂ ਮੈਂ ਪਾਈਪ ਲਵਾ ਕੇ ਬਾਹਰ ਆਈ, ਮੈਨੂੰ ਦਿਸੇ ਕੁਛ ਨਹੀਂ। ਮੈਂ ਕਿਹਾ ਬਾਬਾ ਕਿੱਥੇ ਆ, ਬਾਬਾ ਕਿੱਥੇ? ਜਦੋਂ ਮੈਂ ਬੋਲੀ ਆ ਤੇ ਮੇਰੇ ਭੂਆ ਜੀ ਹੋਣੀ, ਮੇਰੇ ਪਰਿਵਾਰ, ਇਹ ਵੀ ਮਾਸੀ ਜੀ ਹੋਣੀ, ਮੰਮੀ ਮੇਰੇ ਸਸੁਰਾਲ ਵਾਲੇ ਵੀ ਸਾਰੇ ਖੁਸ਼ ਹੋ ਗਏ। ਕਹਿੰਦੇ ਡਾਕਟਰ ਨੇ ਕਿਹਾ ਸੀ ਕਿ ਜੇ ਬੋਲ ਪਈ ਤੇ ਠੀਕ ਆ, ਜੇ ਨਾ ਬੋਲੀ ਤੇ ਸਮਝੋ ਵੀ ਡੈਥ ਦੀ। ਸਾਰੇ ਮੇਰੇ ਵੱਲ ਵੇਖ ਕੇ ਬਹੁਤ ਖੁਸ਼ ਹੋਏ ਤੇ ਇਸ ਦਾ ਮਤਲਬ ਇਹੀ ਆ ਕਿ ਆਪਾਂ ਜੇ ਪ੍ਰਮਾਤਮਾ ਨੂੰ ਮੰਨੀਏ ਤੇ ਪ੍ਰਮਾਤਮਾ ਸਾਡੇ ਅੰਗ ਸੰਗ ਹੀ ਰਹਿੰਦਾ ਹੈ। ਸਾਨੂੰ ਕਦੇ ਵੀ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ। ਅਸੀਂ ਸੋਚਾਂਗੇ ਸਾਡਾ ਕੋਈ ਵੀ ਰਿਸ਼ਤੇਦਾਰ ਸਾਡਾ ਕੰਮ ਸਵਾਰ ਦੂਗਾ, ਸਾਡਾ ਉਹ ਕੰਮ ਸਵਾਰ ਦੂਗਾ, ਆਪਾਂ ਮਤਲਬ ਦੁਨਿਆਵੀ ਰਿਸ਼ਤਿਆਂ 'ਚ ਹਮੇਸ਼ਾ ਹੀ ਬੁੱਝੇ ਰਹਿੰਦੇ ਹਾਂ ਕਿ ਸਾਡਾ ਉਹ ਕੰਮ ਕਰ ਦੂਗਾ, ਸਾਡਾ ਉਹ ਕੰਮ ਕਰ ਦਾਂਗੇ। ਜਦੋਂ ਸਾਡਾ ਕੋਈ ਸਾਥ ਨਹੀਂ ਦਿੰਦਾ ਫਿਰ ਸਾਨੂੰ ਬਹੁਤ ਦੁੱਖ ਲੱਗਦਾ ਹੈ। ਪਰ ਮੈਂ ਇਸ ਨੂੰ ਬੜੀ ਵਾਰੀ ਅਜਮਾਇਆ। ਮੈਂ ਜਦੋਂ ਵੀ ਬਾਬਾ ਜੀ ਦਾ ਹੱਥ ਛੱਡਿਆ ਵਾ ਔਰ ਮੈਂ ਉਦੋਂ ਹੀ ਮੈਂ ਬਹੁਤ ਪਰੇਸ਼ਾਨ ਹੋਈ ਹਾਂ। ਜਦੋਂ ਮੈਂ ਬਾਬਾ ਜੀ ਨੂੰ ਅੰਗ ਸੰਗ ਰੱਖਿਆ ਵਾ, ਉਦੋਂ ਮੇਰੇ ਨਾਲ ਹਮੇਸ਼ਾ ਹੀ ਚੰਗਾ ਹੋਇਆ ਵਾ। ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ, ਹਮੇਸ਼ਾ ਆਪਣੇ ਪ੍ਰਮਾਤਮਾ ਨੂੰ ਆਪਣੀ ਯਾਦ ਵਿੱਚ ਰੱਖੋ। ਆਟਾ ਗੁੰਨਣ ਲੱਗਿਆਂ, ਰੋਟੀ ਪਕਾਉਣ ਲੱਗਿਆਂ, ਕੋਈ ਵੀ ਕੰਮ ਕਰਨ ਲੱਗਿਆਂ ਹਮੇਸ਼ਾ ਆਪਣੇ ਅੰਗ ਸੰਗ ਹੀ ਰੱਖੋ। ਮੈਂ ਬਾਅਦ 'ਚ ਮਧੂਬਨ ਵੀ ਗਈ ਸੀ ਤੇ ਬੱਚੇ ਜਿਹੜੇ ਆਪਣੀ ਸੱਸ ਮਾਂ ਕੋਲ ਛੱਡ ਗਈ ਸੀ ਤੇ ਉੱਥੇ ਗਏ ਤੇ ਮੈਨੂੰ ਉੱਥੋਂ ਦਾ ਵਾਤਾਵਰਨ ਬਹੁਤ ਅੱਛਾ ਲੱਗਾ। ਸਭ ਇੱਦਾਂ ਲੱਗ ਰਿਹਾ ਜਿੱਦਾਂ ਆਪਣੇ ਭੈਣ ਭਰਾ ਹੁੰਦੇ ਹਨ। ਬਾਬਾ ਜੀ ਦੇ ਕਮਰੇ 'ਚ ਜਾਂਦੇ ਸੀ, ਯੋਗ ਕਰਦੇ ਸੀ, ਭੱਠੀ ਹੁੰਦੀ ਸੀ, ਬਹੁਤ ਅੱਛਾ ਵੀ ਹੋ ਰਿਹਾ ਸੀ, ਫ੍ਰੀ ਸੇਵਾ ਵੀ ਸੀ ਉੱਥੇ। ਮਤਲਬ
ਭੰਡਾਰਾ ਵੀ ਬਹੁਤ ਖੁੱਲ੍ਹਾ ਸੀ, ਹਰ ਤਰ੍ਹਾਂ ਦਾ ਖਾਣ ਨੂੰ ਭੋਜਨ, ਸਫਾਈ ਬਹੁਤ ਹੀ। ਤੇ ਜਦੋਂ ਬਾਬਾ ਜੀ ਦੇ ਕਮਰੇ 'ਚ ਜਾਂਦੇ ਹੀ ਇੱਦਾਂ ਲੱਗਦਾ ਸੀ ਜਿੱਦਾਂ ਆਪਾਂ ਬਾਬਾ ਨਾਲ ਸਾਕਸ਼ਾਤ ਗੱਲਾਂ ਕਰ ਰਹੇ ਹਾਂ। ਉੱਥੇ ਕਈ ਲੋਕ ਤਾਂ ਉੱਥੇ ਲੈਟਰ ਵੀ ਪਾ ਰਹੇ ਸੀ ਕਿ ਬਾਬਾ ਜੀ ਸਾਡੀਆਂ ਇਹ ਸਮੱਸਿਆਵਾਂ, ਬਾਬਾ ਜੀ ਸਾਡੀਆਂ ਇਹ ਸਮੱਸਿਆਵਾਂ, ਆਪਣੀਆਂ ਸਮੱਸਿਆ ਵੀ ਦੱਸ ਰਹੇ ਸੀ। ਤੇ ਮੈਨੂੰ ਬਹੁਤ ਵਧੀਆ ਲੱਗਾ ਉੱਥੇ ਜਾ ਕੇ। ਤੇ ਦੂਸਰੀ ਗੱਲ ਆ ਵਾ, ਜਿੱਦਾਂ ਸਾਡਾ ਸਰੀਰ ਆ, ਇਹਨੂੰ ਭੋਜਨ ਦੀ ਲੋੜ ਆ, ਇਹਨੂੰ ਪਾਣੀ ਦੀ ਲੋੜ ਵਾ, ਇਹਨੂੰ ਹਰ ਚੀਜ਼ ਦੀ ਲੋੜ ਆ, ਇਹਨੂੰ ਹਵਾ ਦੀ ਲੋੜ ਵਾ। ਜਦੋਂ ਲਾਈਟ ਜਾਂਦੀ ਸਾਨੂੰ ਘਬਰਾਹਟ ਹੋਣ ਲੱਗ ਪੈਂਦੀ। ਮਤਲਬ ਜਿੱਦਾਂ ਸਾਡੇ ਸਰੀਰ ਨੂੰ ਜਿੰਦੇ 'ਚ ਹਰ ਚੀਜ਼ ਦੀ ਲੋੜ ਹੈ ਨਾ, ਉਸੇ ਤਰ੍ਹਾਂ ਸਾਡੀ ਆਤਮਾ ਨੂੰ ਪਰਮਾਤਮਾ ਦੇ ਨਾਮ ਦੀ ਜ਼ਰੂਰਤ ਹੈ। ਕਿਉਂਕਿ ਦੇਖੋ, ਜੇ ਆਪਾਂ ਸਰੀਰ ਨੂੰ ਭੋਜਨ ਨਹੀਂ ਦਿੰਦੇ, ਸਰੀਰ ਸਾਡਾ ਬੇਜਾਨ ਹੋ ਜਾਂਦਾ, BP ਲੋ, ਬੁਖਾਰ, ਕਈ ਕੁਛ ਹੋ ਜਾਂਦਾ ਸਾਨੂੰ। ਉਸੇ ਤਰ੍ਹਾਂ ਸਾਡੀ ਆਤਮਾ ਨੂੰ ਜੇ ਅਸੀਂ ਭੋਜਨ ਨਾ ਦੇਵਾਂਗੇ, ਸਾਡਾ ਸਰੀਰ ਤਬ ਵੀ ਖਰਾਬ ਹੋਏਗਾ। ਕਿਉਂ ਹੋਏਗਾ? ਕਿਉਂਕਿ ਆਤਮਾ ਨੂੰ ਵੀ ਤਾਂ ਪਰਮਾਤਮਾ ਨਾਮ ਦੀ ਜ਼ਰੂਰਤ ਆ। ਜੇ ਅਸੀਂ ਪਰਮਾਤਮਾ ਦਾ ਨਾਮ ਹਮੇਸ਼ਾ ਹੀ ਲੈਂਦੇ ਰਹਾਂਗੇ, ਵੀ ਜਿੱਦਾਂ ਪਾਣੀ ਪੀਤਾ ਉਦੋਂ ਵਾਈਬ੍ਰੇਸ਼ਨ ਦਿੱਤੇ, ਬਾਬਾ ਜੀ ਸਾਨੂੰ ਤੰਦਰੁਸਤੀ ਦਿਓ, ਸਾਨੂੰ ਇਹ ਕਰੋ। ਜਿੱਦਾਂ ਆਪਾਂ ਖਾਣਾ ਖਾ ਰਹੇ, ਇਸ ਤੋਂ ਪਹਿਲਾਂ ਪਰਮਾਤਮਾ ਨਾਮ ਲੈ ਕੇ ਖਾਓ, ਫਿਰ ਤਾਂ ਸਾਨੂੰ ਦਵਾਈ ਖਾਣ ਦੀ ਵੀ ਜ਼ਰੂਰਤ ਨਹੀਂ ਪੈਣੀ। ਕਿਉਂਕਿ ਸਾਡੀ ਜੇ ਆਤਮਾ ਮਜ਼ਬੂਤ ਆ ਨਾ, ਫਿਰ ਸਾਡਾ ਸਰੀਰ ਵੀ ਮਜ਼ਬੂਤ ਆ। ਤੇ ਤੁਹਾਨੂੰ ਪਤਾ ਹੀ ਹੈ, ਜੇ ਸਾਡਾ ਅੰਦਰ ਖੁਰਾਕ ਸਹੀ ਹੋਊਗੀ, ਸਾਡੀ ਆਤਮਾ ਸਹੀ ਹੋਊਗੀ, ਤੇ ਸਾਡੇ ਸਰੀਰ ਨੂੰ ਤਾਂ ਜ਼ਰੂਰਤ ਹੀ ਨਹੀਂ ਪੈਣੀ ਬਾਹਰ ਦੀਆਂ ਦਵਾਈਆਂ ਖਾਣ ਦੀ। ਵਾਤਾਵਰਨ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਕਿੰਨੀਆਂ ਗੱਲਾਂ ਹੁੰਦੀਆਂ ਪਈਆਂ। ਹਰ ਇਨਸਾਨ ਆ ਕੇ ਸਾਨੂੰ ਇੱਦਾਂ ਹੋ ਰਿਹਾ, ਦੂਜਾ ਇਨਸਾਨ ਆਏਗਾ ਸਾਡੀ ਸੱਸ ਇੱਦਾਂ ਕਰ ਰਹੀ ਹੈ, ਦੂਜਾ ਇਨਸਾਨ ਆਏਗਾ ਕੋਈ ਇੱਦਾਂ ਕਰ। ਮਤਲਬ ਬਾਹਰ ਦੀਆਂ ਗੱਲਾਂ ਨੂੰ ਨਾ ਆਪਾਂ ਦਿਮਾਗ 'ਚ ਬਹੁਤ ਜ਼ਿਆਦਾ ਲੈ ਰਹੇ ਹਾਂ, ਠੀਕ ਆ। ਉਹਦੇ ਨਾਲ ਵੀ ਸਾਡਾ ਸਰੀਰ ਬਹੁਤ ਕਮਜ਼ੋਰ ਹੋ ਰਿਹਾ, ਬਿਮਾਰ ਹੋ ਰਿਹਾ ਵਾ। ਵਾਤਾਵਰਨ ਸਾਡੇ ਸਰੀਰ ਦਾ ਵੀ ਖਰਾਬ ਹੋ ਰਿਹਾ ਵਾ, ਠੀਕ ਆ। ਸੁਣ ਕੇ ਆਪਾਂ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਖਰਾਬ ਕਰ ਚੁੱਕੇ ਹਾਂ। ਉਹਦੇ ਕਰਕੇ ਅਸੀਂ ਵੀ ਨਾ ਆਪਾਂ ਬਾਹਰ ਅੰਦਰ ਦੇ ਮਾਹੌਲ ਚਾਲ ਵੇਖਦੇ ਹਾਂ ਕੀ ਹੋ ਰਿਹਾ, ਤੇ ਡਿਪਰੈਸ਼ਨ ਦਾ ਸ਼ਿਕਾਰ ਬਣੀ ਜਾ ਰਹੀ ਆ। ਤੇ ਇਸ ਤੋਂ ਚੰਗਾ ਇਹ ਨਹੀਂ ਹੈ ਕਿ ਆਪਾਂ ਬਾਹਰ ਮੁਖੀ ਗੱਲਾਂ ਸੁਣਨ ਤੋਂ ਬਜਾਏ ਅਸਾਂ ਅੰਤਰਮੁਖੀ ਹੋ ਜਾਈਏ, ਸਿਰਫ ਪਰਮਾਤਮਾ ਬਾਰੇ ਸੋਚੀਏ ਕਿ ਪਰਮਾਤਮਾ ਤੂੰ ਸਾਡਾ, ਅਸੀਂ ਤੇਰੇ। ਕਿਉਂਕਿ ਦੁਨੀਆ ਸਾਡੀ ਨਹੀਂ ਆ, ਕਿਉਂਕਿ ਆਪਾਂ ਆਏ ਇਕੱਲੇ, ਜਾਣਾ ਇਕੱਲੇ ਆ। ਜਾਣਾ ਕੀ ਨਾਲ? ਸਿਰਫ ਪਰਮਾਤਮਾ ਦਾ ਨਾਮ, ਸੰਸਕਾਰ ਉਹ ਵੀ ਚੰਗੇ ਜੇ ਆਪਾਂ ਕੀਤੇ ਹੋਣਗੇ। ਕਰਮ ਨਾ ਜਾਣੇ ਆ, ਚਾਹੇ ਬੁਰੇ ਕਰ ਲਈਏ ਚਾਹੇ ਚੰਗੇ ਕਰ ਲਈਏ। ਆਹ ਸਰੀਰਕ ਰੂਪ ਝੋਲਾ ਜਿਹੜਾ ਵਾ, ਇੱਕ ਨਾ ਇੱਕ ਦਿਨ ਛੱਡ ਜਾਣਾ। ਕੋਈ 50 ਦੀ ਉਮਰ 'ਚ ਛੱਡ ਰਿਹਾ ਵਾ, ਕੋਈ 25 ਦੀ ਉਮਰ 'ਚ, ਕੋਈ 100 ਦੀ ਉਮਰ 'ਚ। ਹੁਣ ਤੇ ਦੇਖੋ ਕਰੋਨਾ ਕਾਲ ਚੱਲ ਰਿਹਾ ਵਾ, ਪਤਾ ਹੀ ਨਹੀਂ ਲੱਗ ਰਿਹਾ ਕਿ ਇਸ ਟਾਈਮ ਕਿਹਨੂੰ ਕੀ ਹੋ ਰਿਹਾ ਵਾ, ਕੀ ਨਹੀਂ ਹੋ ਰਿਹਾ। ਅੱਜ ਕਹਿੰਦੇ ਬਿਮਾਰ ਆ ਤੇ ਅਗਲੇ ਦਿਨ ਕਹਿੰਦੇ ਡੈਥ ਹੋਈ ਆ। ਇੰਨਾ ਮਾੜਾ ਮਾਹੌਲ ਚੱਲ ਰਿਹਾ ਕਿ ਮਿਲਣ ਵੀ ਨਹੀਂ ਦੇ ਰਹੇ ਰਿਸ਼ਤੇਦਾਰਾਂ ਨੂੰ। ਤੇ ਹੁਣ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡੇ ਰਿਸ਼ਤੇਦਾਰ ਆ, ਆਪਾਂ ਕਹਿੰਦਾ ਫੋਨ ਕਰਕੇ ਬੁਲਾਉਂਦੇ ਹੁੰਦੇ ਸੀ, ਆਓਗੇ, ਕਿਦੋਂ ਮਿਲਣਾ ਵਾ, ਕਿਦੋਂ ਮਿਲਣਾ। ਹੁਣ ਅਸੀਂ ਇੰਨਾ ਮਾਹੌਲ ਚੱਲ ਮਾੜਾ ਹੋ ਗਿਆ ਕਿ ਅਸੀਂ ਕਵਾਂਗੇ ਕਿ ਅਸੀਂ ਆ ਰਹੇ ਹਾਂ, ਅੱਗੇ ਜਵਾਬ ਮਿਲੇਗਾ ਨਾ ਨਾ, ਹਲੇ ਨਾ ਆਇਓ, ਮਾਹੌਲ ਚੱਲ ਠੀਕ ਨਹੀਂ ਗਾ, ਕਰੋਨਾ ਕਾਲ ਚੱਲ। ਕਿਉਂ? ਰਿਸ਼ਤੇਦਾਰ ਹੀ ਰਿਸ਼ਤੇਦਾਰਾਂ ਕੋਲ ਡਰਨ ਲੱਗ ਪਏ। ਮਤਲਬ ਮੇਨ ਪੁਆਇੰਟ ਮੈਂ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਸਾਨੂੰ ਹੁਣ ਜਿੰਨਾ ਮੌਕਾ ਮਿਲਿਆ ਨਾ ਅੰਦਰ ਰਹਿਣ ਦਾ, ਅੰਦਰ ਰਹਿ ਕੇ ਅਸੀਂ ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਅੰਦਰ ਰੱਖੀਏ। ਜਦ ਉਹਦੇ ਯਾਦ ਵਿੱਚ ਆਪਾਂ ਇੱਦਾਂ ਕਰੀਏ ਸਾਡੇ ਬੱਚੇ ਵੀ ਤੰਦਰੁਸਤ ਰਹਿਣ, ਸਾਡੇ ਚੰਗੇ ਖਿਆਲਾਤ ਹੋਣਗੇ, ਸਾਡੇ ਬੱਚੇ ਵੀ ਚੰਗੇ ਹੋਣਗੇ, ਠੀਕ ਆ। ਸਾਡਾ ਸਰੀਰ ਵੀ ਕਾਮਯਾਬ ਰਹੇਗਾ। ਤੇ ਜਿੱਦਾਂ ਠੀਕ ਆ, ਉਹ ਕਿਸੇ ਨੇ ਬੀਜਿਆ, ਫਿਰ ਕੋਈ ਦੂਸਰੇ ਨੇ ਖਰੀਦਿਆ, ਫਿਰ ਅੱਗੇ ਜਾ ਕੇ ਮੰਡੀ 'ਚ ਆਇਆ, ਫਿਰ ਮੰਡੀ 'ਚੋਂ ਆ ਕੇ ਘਰ 'ਚ ਰੇਹੜੀਆਂ 'ਚ ਆਉਂਦੇ ਸਬਜ਼ੀ ਵਾਲੇ ਵੇਚਣ, ਠੀਕ ਆ। ਸਬਜ਼ੀ ਵਾਲੇ ਵੇਚਣ ਆਉਂਦੇ ਆ ਤੇ ਉਹਨਾਂ ਕੋਲ ਅਸੀਂ ਖਰੀਦਦੇ ਹਾਂ, ਖਰੀਦ ਕੇ ਅਸੀਂ ਬਣਾਉਂਦੇ ਹਾਂ। ਕਈਆਂ ਨੇ ਤਾਂ ਕੰਮ ਵਾਲੀ ਲਈ ਹੁੰਦੀ ਆ ਬਣਾਉਣ ਲਈ, ਤੇ ਕਈ ਆਪ ਬਣਾਉਂਦੇ। ਹੁਣ ਇਹ ਸੋਚੋ ਉਹਨਾਂ ਦੇ ਕਿੰਨੇ ਖਿਆਲਾਤ, ਆਲੂ ਬੀਜਣ ਵਾਲੇ ਨੇ ਕੀ ਸੋਚਦਾ ਹੋਏਗਾ, ਦੂਜਾ ਜਿਹੜਾ ਖਰੀਦਣ ਵਾਲਾ ਹੋਏਗਾ ਉਹਦੇ ਅੰਦਰ ਕਿਹੜੀਆਂ ਭਾਵਨਾਵਾਂ ਚੱਲਦੀਆਂ ਹੋਣਗੀਆਂ। ਫਿਰ ਉਹ ਰੇਹੜੀ ਵਾਲਾ ਵੇਚਦਾ, ਕਈ ਕਲੇਸ਼ ਵੀ ਕਈ ਘਰਾਂ 'ਚੋਂ ਲੜ ਕੇ ਆਏ ਹੁੰਦੇ ਉਹਨਾਂ ਨੇ। ਫਿਰ ਜਿਹਨੇ ਆਪਾਂ ਬਣਾਉਣਾ ਵੀ ਆ, ਸਾਡੀ ਮੈਡ ਨੇ ਬਣਾਉਣਾ, ਉਹਦੇ ਅੰਦਰ ਵਿਚਾਰ ਕੀ ਚੱਲ ਰਹੇ ਆ, ਠੀਕ ਆ। ਤੇ ਇੰਨੇ ਗਲਤ ਵਾਈਬ੍ਰੇਸ਼ਨ ਕਿੱਦਾਂ ਦੇ ਪੈ ਕੇ ਅਸੀਂ ਜੇ ਪਰਮਾਤਮਾ ਦੀ ਯਾਦ ਵਿੱਚ ਇਹ ਕੰਮ ਨਹੀਂ ਨਾ ਕਰਦੇ ਕਿ ਬਾਬਾ ਆਪਾਂ ਤੁਹਾਡੇ ਨਾਮ ਦਾ ਭੋਜਨ ਖਾ ਰਹੇ ਹਾਂ, ਬਾਬਾ ਨੂੰ 2 ਮਿੰਟ ਸਮਰਪਿਤ ਕਰਕੇ, ਜਾਂ ਜ਼ਰੂਰੀ ਤੁਸੀਂ ਭੋਗ ਨਹੀਂ ਲਾ ਸਕਦੇ, ਆਪਣੇ ਸਾਹਮਣੇ ਥਾਲੀ ਪਈ ਹੁੰਦੀ ਆ, ਆਪਣੇ ਪਰਮਾਤਮਾ ਨੂੰ 2 ਮਿੰਟ ਲਈ ਯਾਦ ਕਰੋ, ਪਰਮਾਤਮਾ ਭੋਜਨ ਖਾ ਰਿਹਾ, ਤੇਰੇ ਨਾਮ ਦਾ ਖਾ ਰਿਹਾ ਵਾਂ, ਇਹਨੂੰ ਤੂੰ ਸ਼ੁੱਧ ਕਰ। ਜਦੋਂ ਆਪਾਂ ਖਾਂਦੇ ਹਾਂ ਨਾ, ਉਹ ਨਾ ਸਾਡੇ ਸਰੀਰ ਨੂੰ ਚਾਰਜ ਹੁੰਦਾ ਵਾ, ਵੀ ਵਧੀਆ ਤਾਕਤ ਮਿਲਦੀ ਸਾਡੇ ਸਰੀਰ ਨੂੰ।
ਜੇ ਅਸੀਂ ਪਰਮਾਤਮਾ ਨਾਮ ਲੈ ਕੇ ਉਹ ਭੋਜਨ ਨਹੀਂ ਨਾ ਖਾਂਦੇ, ਫਿਰ ਅਸੀਂ ਬਿਮਾਰ ਹੀ ਰਹਿੰਦੇ ਹਾਂ। ਹਰ ਟਾਈਮ ਬਿਮਾਰ, ਹਰ ਟਾਈਮ ਬਿਮਾਰ। ਕਦੀ ਬੀਪੀ ਲੋ, ਕਦੀ ਸ਼ੂਗਰ ਆਏ ਹੋਏ ਨੇ। ਠੀਕ ਆ, ਕਲਯੁਗ ਵੀ ਆ, ਸੰਗਮ ਯੁੱਗ ਚੱਲ ਰਿਹਾ ਵਾ ਵੀ ਉਹ ਵੀ ਆ ਰਿਹਾ ਵਾ। ਤੇ ਹੁਣ ਪਰਮਾਤਮਾ ਸਾਕਸ਼ਾਤ ਧਰਤੀ ਤੇ ਆਏ ਹੋਏ ਆ ਕਿ ਸਾਨੂੰ ਉਹਨਾਂ ਦੇ ਨਾਮ ਨੂੰ ਚਲਾਉਣਾ ਚਾਹੀਦਾ, ਉਹਨਾਂ ਦੀ ਹਰੇਕ ਗੱਲ ਮੰਨਣੀ ਚਾਹੀਦੀ ਹੈ। ਵਿਸ਼ਵ ਸ਼ਾਂਤੀ ਭਵਨ, ਪਰਮਾਤਮਾ ਦਾ ਨਾਮ ਬ੍ਰਹਮ। ਜਿੱਦਾਂ ਕੋਈ ਵੀ ਤੁਹਾਨੂੰ ਪ੍ਰੋਬਲਮ ਆ, ਜੇ ਤੁਸੀਂ ਮੈਡੀਟੇਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਆਸ਼ਰਮ 'ਚ ਜਾ ਸਕਦੇ ਹੋ। ਬ੍ਰਹਮ ਕੁਮਾਰੀ ਆਸ਼ਰਮ ਅੰਮ੍ਰਿਤਸਰ 'ਚ ਹੀ ਬਹੁਤ ਖੁੱਲ੍ਹੇ ਹੋਏ ਨੇ, ਲਾਰੈਂਸ ਰੋਡ ਵੀ ਕਈ ਜਗ੍ਹਾਵਾਂ 'ਤੇ ਖੁੱਲ੍ਹੇ ਹੋਏ ਹਨ। ਤੁਸੀਂ ਉੱਥੇ ਜਾ ਕੇ 7 ਦਿਨ ਦਾ ਕੋਰਸ ਵੀ ਕਰ ਸਕਦੇ ਹੋ। ਫਿਰ ਉੱਥੋਂ ਦੇ ਪਰਮ ਪਿਤਾ ਪਰਮਾਤਮਾ ਉਹਨਾਂ ਦਾ ਗਿਆਨ ਵੀ ਲੈ ਸਕਦੇ ਹੋ। ਤਾਂ ਤੁਸੀਂ ਵੇਖਿਓ ਤੁਹਾਡੇ ਨਾਲ ਪਰਮਾਤਮਾ ਹਮੇਸ਼ਾ ਅੰਗ ਸੰਗ ਰਹਿਣਗੇ। ਠੀਕ ਆ, ਓਮ ਸ਼ਾਂਤੀ।